ਵਿੱਚ ਕੀ ਹੈ ਪਾਣ ਲੱਗਿਆ ਕਪੜਾ ਅਸੀਂ ਜਾਣਨਾ ਚਾਹੁੰਦੇ ਹਾਂ ਕਪੜੇ ਵਿੱਚ ਕੀ ਹੈ ਪਰ ਧਰਮ ਦੀ ਦੁਨੀਆ 'ਚ ਇੰਨਾ ਪਛੜ ਗਏ ਰੋਜ਼ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੇ ਆ ਪਰ ਜਾਣਨਾ ਨਹੀਂ ਚਾਹੁੰਦੇ ਜਪਜੀ ਸਾਹਿਬ 'ਚ ਲਿਖਿਆ ਕੀ ਹੋਇਆ ਹੈ ਗੁਰੂ ਕੀ ਕਹਿ ਰਿਹਾ ਹੈ ਇਹ ਨਹੀਂ ਜਾਣਨਾ ਚਾਹੁੰਦੇ ਸਿੱਖ ਰੋਜ਼ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੇ ਆ ਪਰ ਜਾਣਨਾ ਨਹੀਂ ਚਾਹੁੰਦਾ ਰੋਜ਼ ਪੜ ਰਿਹਾ ਹੈ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਪਰ ਇਹ ਨਹੀਂ ਪਤਾ ਸਵਸਤ ਦਾ ਮਤਲਬ ਕੀ ਹੈ ਆਖ ਕਿਨੂੰ ਕਹਿੰਦੇ ਨੇ ਬਾਣੀ ਬਰਮਾਓ ਇਕੱਠਾ ਪੜਨਾ ਹੈ ਕਿ ਅਲੱਗ-ਅਲੱਗ ਪੜਨਾ ਹੈ ਇਹ ਨਹੀਂ ਜਾਣਨਾ ਚਾਹੁੰਦੇ ਰੋਜ਼ ਪੜੀ ਜਾ ਰਹੇ ਜਾਣਨਾ ਨਹੀਂ ਚਾਹੁੰਦੇ ਵਿੱਚ ਲਿਖਿਆ ਕੀ ਹੈ ਦੇਖੋ ਮਨ ਨੂੰ ਇਕਾਗਰ ਕਰਨਾ ਹੋਵੇ ਇੱਕੋ ਹੀ ਤਰੀਕਾ ਹੈ ਜਿਹੜੀ ਲਾਈਨ ਤੁਸੀਂ ਪੜ ਰਹੇ ਹੋ ਉਹਨੂੰ ਵਿਚਾਰ ਕੇ ਪੜਨਾ ਸ਼ੁਰੂ ਕਰ ਦਿਓ ਤੁਹਾਨੂੰ ਨਹੀਂ ਉਹਦੇ ਅਰਥ ਆਂਦੇ ਸਪੀਕ ਲੈ ਲਓ ਹੋਰ ਵੀ ਤੇ ਦੁਨੀਆ ਦੇ ਖਰਚੇ ਕਰਦੇ ਆ ਵੀ ਇੰਨਾ ਮਹਿੰਗਾ ਘਰ 'ਚ ਸੋਫਾ ਹੋਣਾ ਚਾਹੀਦਾ ਹੈ ਇੰਨਾ ਮਹਿੰਗਾ ਬੈੱਡ ਹੋਣਾ ਚਾਹੀਦਾ ਹੈ ਇੰਨਾ ਮਹਿੰਗਾ ਟੀਵੀ ਫ੍ਰਿਜ ਹੋਣਾ ਚਾਹੀਦਾ ਹੈ ਘੱਟੋ ਘੱਟ ਇਹ ਵੀ ਸੋਚ ਲਓ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥਾਂ ਦੀਆਂ ਪੋਥੀਆਂ ਵੀ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਅਰਥ ਕੱਢ ਕੇ ਪੜ ਸਕੀਏ ਸਾਡੇ ਕੋਲ ਨਿਤਨੇਮ ਦੀ ਸਟੀਕ ਘਰ ਪਈ ਹੋਵੇ ਜਿਹੜਾ ਮੈਂ ਨਿਤਨੇਮ ਦਾ ਪਾਠ ਕਰ ਰਿਹਾ ਉਹਦੇ ਵਿੱਚ ਲਿਖਿਆ ਕੀ ਹੈ ਮੈਂ ਉਹਨੂੰ ਅਰਥਾਂ ਸਮੇਤ ਪੜਾਂ ਜਦੋਂ ਤੁਸੀਂ ਬਾਣੀ ਦੀ ਪੰਕਤੀ ਅਰਥਾਂ ਸਮੇਤ ਵਿਚਾਰ ਕੇ ਪੜ੍ਹਨੀ ਸ਼ੁਰੂ ਕਰ ਦਿਓਗੇ ਨਤੀਜਾ ਕੀ ਨਿਕਲੇਗਾ ਮਨ ਤੇ ਬਿਜ਼ੀ ਹੋ ਗਿਆ ਅਰਥ ਕਰਨ ਦੇ ਵਿੱਚ ਫਿਰ ਬਾਹਰ ਕਿਵੇਂ ਜਾਏਗਾ ਫਿਰ ਨਹੀਂ ਪੜ੍ਹੇਗਾ ਕਿਉਂਕਿ ਮਨ ਬਿਜ਼ੀ ਹੋ ਗਿਆ ਅਰਥਾਂ ਦੇ ਵਿੱਚ ਜਦੋਂ ਮਨ ਬਿਜ਼ੀ ਹੋ ਗਿਆ ਫਿਰ ਮਨ ਬਾਹਰ ਪੜ੍ਹੇਗਾ ਨਹੀਂ ਮਨ ਬਾਹਰ ਵਿਚਾਰਾਂ ਦੇ ਵਿੱਚ ਜਾਏਗਾ ਨਹੀਂ ਕਿਉਂਕਿ ਮਨ ਤੇ ਅਰਥ ਕਰ ਰਿਹਾ ਹੈ ਇਹਦੇ ਨਾਲ ਦੋ ਫਾਇਦੇ ਹੋਣਗੇ ਜਦੋਂ ਬਾਣੀ ਅਰਥਾਂ ਸਮੇਤ ਵਿਚਾਰ ਕੇ ਪੜੋਗੇ ਇੱਕ ਫਾਇਦਾ ਤੇ ਇਹ ਹੋਏਗਾ ਮਨ ਅਰਥ ਕਰਨ ਵਿੱਚ ਬਿਜ਼ੀ ਹੋ ਜਾਏਗਾ ਬਾਹਰ ਭਟਕਣ ਦੀ ਨੌਬਤ ਨਹੀਂ ਆਏਗੀ ਤੇ ਦੂਜਾ ਫਾਇਦਾ ਇਹ ਹੋਏਗਾ ਤੁਹਾਨੂੰ ਸਮਝ ਲੱਗੇਗੀ ਗੁਰੂ ਤੁਹਾਨੂੰ ਕੀ ਕਹਿ ਰਿਹਾ ਹੈ ਬਾਣੀ ਕੀ ਗੱਲ ਸਮਝਾ ਰਹੀ ਹੈ ਫਿਰ ਬਾਣੀ ਸਮਝਣੀ ਆ ਜਾਏਗੀ ਬਾਣੀ ਦੀ ਸਮਝ ਲੱਗਣੀ ਸ਼ੁਰੂ ਹੋ ਜਾਏਗੀ ਇਹ ਤਰੀਕਾ ਹੈ ਬਾਣੀ ਨੂੰ ਸਮਝ ਕੇ ਪੜਨ ਦਾ ਵਿਚਾਰਨ ਦਾ ਜਦੋਂ ਬਾਣੀ ਸਮਝ ਕੇ ਅਰਥਾਂ ਸਮੇਤ ਪੜੋਗੇ ਉਦੋਂ ਮਨ ਭਟਕੇਗਾ ਨਹੀਂ ਬਿਜ਼ੀ ਹੋ ਜਾਏਗਾ ਅਰਥਾਂ ਦੇ ਵਿੱਚ ਤੇ ਤੁਹਾਨੂੰ ਗੁਰਬਾਣੀ ਦੀ ਸਮਝ ਵੀ ਆਉਣ ਲੱਗ ਜਾਏਗੀ ਕੁਝ ਵੀਰਾਂ ਨੇ ਇਸ ਤਰ੍ਹਾਂ ਕੀਤਾ ਤੇ ਜਦੋਂ ਅਰਥਾਂ ਸਮੇਤ ਪੜਨ ਲੱਗੇ ਉਹਨਾਂ ਨੇ ਆ ਕੇ ਮੈਨੂੰ ਦੱਸਿਆ ਕਹਿੰਦੇ ਕਿ ਭਾਈ ਸਾਹਿਬ ਜੀ ਜਪਜੀ ਸਾਹਿਬ ਵੀ ਪੂਰਾ ਨਹੀਂ ਹੁੰਦਾ 2-2 ਘੰਟੇ ਲੱਗ ਜਾਂਦੇ ਨੇ 10 ਪੌੜੀਆਂ ਵੀ ਨਹੀਂ ਹੁੰਦੀਆਂ ਅਸੀਂ ਰਹਿਰਾਸ ਸਾਹਿਬ ਅਰਥਾਂ ਸਮੇਤ ਵਿਚਾਰ ਕੇ ਪੜਨ ਲੱਗਦੇ ਹਾਂ ਸਮਝ ਕੇ ਮੇਰਾ ਗੁਰੂ ਕੀ ਕਹਿ ਰਿਹਾ ਹੈ ਰਹਿਰਾਸ ਸਾਹਿਬ ਦੇ ਵਿੱਚ ਤੇ 2 ਸ਼ਬਦ ਵੀ ਪੜੇ ਨਹੀਂ ਜਾਂਦੇ ਘੰਟਾ ਹੋ ਜਾਂਦਾ ਹੈ ਮੈਂ ਤੁਹਾਨੂੰ ਸਲਾਹ ਦਿੰਦਾ ਮੈਂ ਉਹਨਾਂ ਨੂੰ ਸਲਾਹ ਇਹ ਦਿੰਦਾ ਕਿ ਤੁਸੀਂ ਜਪਜੀ ਸਾਹਿਬ ਦਾ ਪਾਠ ਜਿਵੇਂ ਰੂਟੀਨ ਨਾਲ ਕਰਦੇ ਹੋ ਕਰ ਲਓ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ 10 ਮਿੰਟ ਐਕਸਟਰਾ ਕੱਢ ਲਓ ਉਸ 10 ਮਿੰਟ ਦੇ ਵਿੱਚ ਕੀ ਕਰੋ ਇੱਕ ਪੌੜੀ ਦੇ ਅਰਥ ਵਿਚਾਰ ਕੇ ਪੜ ਲਓ दूसरे दिन दूसरी पौड़ी दे अर्थ तीजे दिन तीजी पौड़ी दे अर्थ सवा महीने दे विच जपजी साहब पूरे अर्थां समेत आ जाएगा सवा महीने तो बाद जब जपजी साहब पढ़ोगे अर्थ अपने आप ही होंदे चले जाएंगे आप ही समझ आनी शुरू हो जाएगी रहरास साहब दा पाठ करदे हो ते रोज रहरास साहब दा पाठ करन तो बाद 10 मिनट ਰਹਿਰਾਸ ਸਾਹਿਬ ਦਾ ਇੱਕ ਸ਼ਬਦ ਅਰਥਾਂ ਸਮੇਤ ਪੜ੍ਹ ਲਓ ਦੂਜੇ ਦਿਨ ਦੂਜਾ ਸ਼ਬਦ ਅਰਥਾਂ ਸਮੇਤ ਪੜ੍ਹ ਲਓ ਤੀਜੇ ਦਿਨ ਤੀਜਾ ਸ਼ਬਦ ਕੀ ਹੋਏਗਾ ਮਹੀਨੇ ਦੇ ਵਿੱਚ ਤੁਹਾਨੂੰ ਪੂਰੇ ਰਹਿਰਾਸ ਸਾਹਿਬ ਦੇ ਅਰਥ ਆ ਜਾਣਗੇ ਜਦੋਂ ਤੁਸੀਂ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗੋਗੇ ਮਹੀਨੇ ਬਾਅਦ ਆਪਣੇ ਆਪ ਨਾਲ ਅਰਥ ਚਲੇ ਜਾਣਗੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਇਹਦੇ ਵਿੱਚ ਆਪਣੇ ਆਪ ਅਰਥ ਹੋਈ ਜਾਣਗੇ ਰੂਟੀਨ ਨਾਲ ਜਿਹੜਾ ਨਿਤਨੇਮ ਕਰਦੇ ਹੋ ਕਰ ਲਓ ਨਿਤਨੇਮ ਕਰਨ ਤੋਂ ਬਾਅਦ 10-15 ਮਿੰਟ ਅਲੱਗ ਕੱਢ ਕੇ ਉਸ ਨਿਤਨੇਮ ਦੀ ਬਾਣੀ ਦੇ ਲੜੀਵਾਰ ਅਰਥ ਪੜ੍ਹਨੇ ਸ਼ੁਰੂ ਕਰ ਦਿਓ ਤੇ ਮਹੀਨੇ 2 ਮਹੀਨੇ ਦੇ ਵਿੱਚ ਤੁਹਾਨੂੰ ਪੂਰੇ ਨਿਤਨੇਮ ਦੇ ਅਰਥ ਆ ਜਾਣਗੇ ਹਰ ਸਿੱਖ ਆਪਣਾ ਸਹਿਜ ਪਾਠ ਰੱਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸਹਿਜ ਪਾਠ ਅਰਥਾਂ ਸਮੇਤ ਕਰਨਾ ਸ਼ੁਰੂ ਕਰ ਦਿਓ ਹੁਣ ਤੇ ਆਨਲਾਈਨ ਵੀ ਤੁਹਾਨੂੰ ਅਰਥਾਂ ਸਮੇਤ ਬਾਣੀ ਮਿਲ ਜਾਂਦੀ ਹੈ ਜਿਹਨੂੰ ਨਹੀਂ ਵੀ ਪੜ੍ਹਨੀ ਆਉਂਦੀ ਬੋਲ ਕੇ ਬਾਣੀ ਸਾਹਮਣੇ ਆ ਰਹੀ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਦਰਪਣ ਟੀਕਾ ਤੁਹਾਨੂੰ ਆਨਲਾਈਨ ਮਿਲ ਜਾਂਦਾ ਹੈ gurugrantdarpan.com ਇਹ ਇੰਟਰਨੈਟ ਐਕਸਪਲੋਰ ਜਿਹੜਾ ਹੈ ਬ੍ਰਾਊਜ਼ਰ ਉਹਦੇ ਵਿੱਚ ਖੁੱਲਦਾ ਹੈ ਪੰਜਾਬੀ ਦੇ ਵਿੱਚ ਗੂਗਲ ਵਿੱਚ ਦੀ ਪੰਜਾਬੀ ਨਹੀਂ ਖੁੱਲਦੀ ਜਾਂ ਤੁਸੀਂ ektuhi.com ਜਦੋਂ ਖੋਲਦੇ ਹੋ ektuhi.com ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਬੋਲ ਕੇ ਪਾਠ ਕੀਤਾ ਹੋਇਆ ਹੈ ਨਾਲੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਆ ਜਾਂਦਾ ਹੈ ਨਾਲ ਜਿਹੜਾ ਅੱਖਰ ਬੋਲਿਆ ਜਾ ਰਿਹਾ ਹੈ
ਆਵਾਜ਼ ਆ ਰਹੀ ਹੈ, ਉਹ ਅੱਖਰ ਹਾਈਲਾਈਟ ਹੁੰਦਾ ਜਾਂਦਾ ਹੈ। ਸੋਚਿਆ ਸੋਚ ਨਾ ਹੋਵੇ, ਸੋਚਿਆ ਉੱਪਰ ਹਾਈਲਾਈਟ ਹੋ ਗਿਆ, ਫਿਰ ਸੋਚ ਨਾ ਹੋਵੇ। ਜਿਵੇਂ ਜਿਵੇਂ ਭਾਈ ਸਾਹਿਬ ਬੋਲਦੇ ਨੇ ਆਡੀਓ, ਉਵੇਂ ਉਵੇਂ ਉਹ ਹਾਈਲਾਈਟ ਹੋ ਰਿਹਾ ਅੱਖਰ, ਤੇ ਤੁਹਾਨੂੰ ਸ਼ੁੱਧ ਉਚਾਰਨ ਵੀ ਆ ਜਾਂਦਾ ਹੈ ਕਿ ਇਹਦਾ ਉਚਾਰਨ ਕਿਵੇਂ ਕਰਨਾ ਹੈ। ਇੱਕ ਤੁਸੀਂ .com ਦੇ ਵਿੱਚ ਸਾਰਾ ਸਹਿਜ ਪਾਠ ਬੋਲ ਕੇ ਕੀਤਾ ਹੋਇਆ ਹੈ, ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਆ ਜਾਂਦਾ ਹੈ, ਨਾਲ ਜਿਹੜੀ ਜਿਹੜੀ ਪੰਕਤੀ ਬੋਲੀ ਜਾ ਰਹੀ ਹੈ ਉਹ ਹਾਈਲਾਈਟ ਹੋ ਜਾਂਦੀ ਨਾਲ ਵੀ ਆਹ ਅੱਖਰ ਬੋਲਿਆ ਜਾ ਰਿਹਾ ਇਸ ਟਾਈਮ। ਕੋਈ ਵੀ ਪੰਨਾ ਨੰਬਰ ਪਾ ਕੇ ਤੁਸੀਂ ਉਹ ਕੱਢ ਕੇ ਆਪਣਾ ਸਹਿਜ ਪਾਠ ਰੱਖ ਸਕਦੇ ਹੋ ਵੀ ਅਸੀਂ ਸਹਿਜ ਪਾਠ ਕੀਤਾ ਹੈ, ਅੱਜ 15 ਪੰਨੇ ਹੋਏ, ਕੱਲ ਨੂੰ 16 ਪੰਨੇ ਤੋਂ 16 ਪੇਜ ਨੰਬਰ ਪਾਓ ਤੇ 16 ਪੇਜ ਨੰਬਰ ਸਾਹਮਣੇ ਆ ਜਾਂਦਾ ਹੈ। ਹੁਣ ਤੇ ਬਹੁਤ ਕੁਝ ਹੈ, ਜੇ ਜਾਣਨਾ ਚਾਹੋ ਤੁਸੀਂ ਅਰਥਾਂ ਸਮੇਤ ਜਾਣ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਲੱਗਿਆ ਕੁਝ ਇੱਕ ਗੱਲਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ, ਜਿਹੜੀਆਂ ਮੈਂ ਆਪ ਜੀ ਨੂੰ ਹੁਣ ਸਲਾਈਡ ਦੇ ਰਾਹੀਂ ਸਾਹਮਣੇ ਦੱਸਾਂਗਾ। ਗੁਰਬਾਣੀ ਦਾ ਸ਼ੁੱਧ ਉਚਾਰਨ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ੁੱਧ ਉਚਾਰਨ ਦੇ ਨਾਲ ਹੀ ਅਰਥ ਹੋਣਗੇ। ਜੇ ਉਚਾਰਨ ਹੀ ਠੀਕ ਨਹੀਂ ਹੋਏਗਾ ਤੇ ਸਾਨੂੰ ਅਰਥ ਵੀ ਸਮਝ ਨਹੀਂ ਪੈਣਗੇ। ਪਹਿਲੀ ਗੱਲ, ਸਿੱਖ ਦਾ ਗੁਰਬਾਣੀ ਤੇ ਅਥਾਹ ਵਿਸ਼ਵਾਸ ਹੋਣਾ ਚਾਹੀਦਾ ਹੈ। ਇਹਨਾਂ ਵਿਸ਼ਵਾਸ ਕਿ ਗੁਰਬਾਣੀ ਰੱਬ ਹੈ। ਮੈਂ ਰੱਬ ਜੀ ਨਾਲ ਬਚਨ ਕਰਨ ਲੱਗਿਆ ਹਾਂ, ਵਾਹ ਵਾਹ ਬਾਣੀ ਨਿਰੰਕਾਰ ਹੈ, ਕਿਸ ਜੇਵੜ ਅਵਰ ਨਾ ਕੋਈ। ਗੁਰਬਾਣੀ ਜਿੱਡਾ ਹੋਰ ਹੈ ਹੀ ਕੋਈ ਨਹੀਂ, ਬਾਣੀ ਹੀ ਨਿਰੰਕਾਰ ਹੈ, ਰੱਬ ਹੈ ਬਾਣੀ। ਤੇ ਇਹ ਬਾਣੀ ਜਿਹੜੀ ਹੈ ਇਹ ਬਿਲਕੁਲ ਦੁਨੀਆ ਦਾ ਸੱਚ ਹੈ ਔਰ ਆਖਰੀ ਸੱਚ ਹੈ। ਇਹਨੂੰ ਦੁਨੀਆ ਦੀ ਕੋਈ ਤਾਕਤ ਝੁਠਲਾ ਨਹੀਂ ਸਕਦੀ। ਸਾਇੰਸ ਦੇ ਫਾਰਮੂਲੇ ਗਲਤ ਹੋ ਸਕਦੇ ਨੇ, ਗੁਰਬਾਣੀ ਕਦੀ ਗਲਤ ਨਹੀਂ ਹੋਏਗੀ, ਕਿਉਂਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਨੂੰ ਉਪੜਾਏ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ ਸੱਚ ਕੀ ਬੇਲਾ। ਇਹ ਬਾਣੀ ਸੱਚ ਹੈ। ਇਸ ਕਰਕੇ ਬਾਣੀ ਨੂੰ ਬੜੇ ਧਿਆਨ ਨਾਲ ਤੁਹਾਨੂੰ ਪੜ੍ਹਨਾ ਪਏਗਾ। ਜਦੋਂ ਬਾਣੀ ਪੜੋ ਸਾਰਿਆਂ ਅੱਖਰਾਂ ਦਾ ਉਚਾਰਨ ਠੀਕ ਹੋਵੇ, ਸਾਰੇ ਅੱਖਰ ਇੱਕ ਸਾਰ ਬੋਲੇ ਜਾਣ, ਉੱਚੇ ਨੀਵੇਂ ਨਹੀਂ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਇੱਕ ਸਾਰ। ਸ਼ਬਦਾਂ ਦਾ ਜੋੜ ਠੀਕ ਹੋਵੇ ਤੇ ਸ਼ੁੱਧ ਅੱਖਰ ਬੋਲੇ ਜਾਣ। ਤੀਜਾ, ਲਗਾ ਮਾਤਰਾ ਦਾ ਉਚਾਰਨ ਪੂਰੀ ਤਰ੍ਹਾਂ ਸ਼ੁੱਧ ਰੂਪ ਵਿੱਚ ਹੋਵੇ। ਉਹ ਕਿਵੇਂ ਲਗਾ ਮਾਤਰਾ ਦਾ, ਉਹ ਅੱਗੋਂ ਆਏਗਾ। ਯੋਗ ਥਾਂ ਤੇ ਵਿਸਰਾਮ ਦਿੱਤਾ ਜਾਏ, ਕਿੱਥੇ ਰੁਕਣਾ ਹੈ ਕਿੱਥੇ ਨਹੀਂ ਰੁਕਣਾ, ਹਰ ਕੇ ਜਨ ਕਿੱਥੇ ਰੁਕਣਾ ਹੈ। ਸਤਿਗੁਰ ਫਿਰ ਰੁਕਣਾ ਪਏਗਾ, ਸਤਿਪੁਰਖਾ ਫਿਰ ਰੁਕਣਾ ਪਏਗਾ। ਸੰਬੋਧਨ ਹੈ ਨਾ, ਇੱਥੇ ਆਵਾਜ਼ ਦੇਣੀ ਪਈ। ਤੇ ਪਾਠ ਦੀ ਲੈ ਰਸਮਈ ਹੋਵੇ। ਬਾਣੀ ਪੜ੍ਹਨ ਲੱਗਿਆ ਜ਼ਬਾਨ ਵਿੱਚ ਰਸ ਹੋਵੇ, ਮਿਠਾਸ ਹੋਵੇ, ਤੁਸੀਂ ਬਾਣੀ ਦਾ ਰਸ ਲੈ ਸਕੋ। ਅਸੀਂ ਕੁਝ ਲਾਪਰਵਾਹੀਆਂ ਕਰ ਜਾਂਦੇ ਹਾਂ ਬਾਣੀ ਦਾ ਪਾਠ ਕਰਨ ਲੱਗਿਆ। ਸਾਰਿਆਂ ਨੂੰ ਨਜ਼ਰ ਆ ਰਿਹਾ ਉੱਪਰ, ਕਲੀਅਰ ਨਜ਼ਰ ਆ ਰਿਹਾ ਨਾ? ਲਾਪਰਵਾਹੀਆਂ ਕੀ ਨੇ? ਦੇਖੋ, ਅਸੀਂ ਪੜ੍ਹਦੇ ਹਾਂ ਹੁਕਮੀ ਹੋਵਨ ਆਕਾਰ। ਹਾਂ, ਇੱਥੇ ਅਸੀਂ ਪੜ੍ਹ ਜਾਂਦੇ ਹਾਂ ਹੁਕਮੀ ਹੋਵਨ ਆਕਾਰ। ਪਾਠ ਅੱਖਾਂ ਖੋਲ ਕੇ ਕਰਨਾ ਪਏਗਾ ਤੁਹਾਨੂੰ। ਉੱਥੇ ਐੜੇ ਨੂੰ ਵੀ ਕੰਨਾ ਲੱਗਿਆ ਹੋਇਆ, ਆਕਾਰ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਆਕਾਰ ਹੋ ਗਿਆ ਗਲਤ, ਆਕਾਰ ਹੈ ਠੀਕ। ਦਾਤਾਰ, ਸਲਾਹਣ ਦੀ ਬਜਾਏ ਸਾਲਾਹਣ, ਸਾਧਾਰ। ਪਾਤਾਲਾਂ ਪਾਤਾਲ, ਪਤਾਲਾਂ ਪਤਾਲ ਨਹੀਂ, ਪਾਤਾਲਾਂ ਪਾਤਾਲ। ਲੱਖ ਆਗਾਸ਼ਾਂ ਆਗਾਸ਼। ਕੰਨੇ ਦਾ ਬੜਾ ਧਿਆਨ ਰੱਖਣਾ ਪੈਣਾ। ਅਮੁੱਲ ਗੁਣ, ਹਾਂ ਵਪਾਰ ਕਹੋਗੇ ਤੇ ਗਲਤ ਹੋ ਜਾਏਗਾ। ਅਮੁੱਲ ਗੁਣ ਅਮੁੱਲ ਵਪਾਰ। ਪੁੱਤਾ ਮਾਤਾ ਕੀ ਆਸੀਸ, ਆਸੀਸ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰ ਗਾਵਾਰ। ਅਸੀਂ ਪੜ੍ਹ ਲੈਂਦੇ ਆ ਆਦੇਸ਼ ਤਿਸੈ ਆਦੇਸ਼, ਆਦੇਸ਼ ਨਹੀਂ, ਆਦੇਸ਼ ਤਿਸੈ ਆਦੇਸ਼। ਹੁਣ ਜਦੋਂ ਅੱਖਾਂ ਖੋਲ ਕੇ ਬਾਣੀ ਪੜ੍ਹਨੀ ਪਏਗੀ, ਜਦੋਂ ਅੱਖਾਂ ਖੋਲ ਕੇ ਬਾਣੀ ਪੜ੍ਹਨੀ ਪਏਗੀ, ਕੰਨਾਂ ਧਿਆਨ ਨਾਲ ਦੇਖ ਕੇ ਪੜ੍ਹਨਾ ਪਏਗਾ, ਉਦੋਂ ਮਨ ਬਾਹਰ ਭੱਜ ਨਹੀਂ ਸਕਦਾ। ਮਨ ਤੇ ਬਿਜ਼ੀ ਹੋ ਗਿਆ ਨਾ। ਜਦੋਂ ਮਨ ਬਿਜ਼ੀ ਹੋ ਗਿਆ ਉਦੋਂ ਭਟਕੇਗਾ ਨਹੀਂ। ਇਹਦੇ ਤੋਂ ਇਲਾਵਾ ਹੋਰ ਕੀ ਲਾਪਰਵਾਹੀਆਂ ਨੇ? ਅਸੀਂ ਪੜ੍ਹਦੇ ਹਾਂ ਸੁਣੀਏ ਸਿੱਧ ਪੀਰ ਸੁਣਨਾਥ। ਉੱਥੇ ਲਫ਼ਜ਼ ਜਗ੍ਹਾ ਸੁਣਿਆ, ਸੁਣਿਆ ਮੈਨੇ ਸੁਣਨ ਨਾਲ, ਮੰਨਿਆ ਮੰਨਣ ਨਾਲ। ਅਸੀਂ ਕਹਿੰਦੇ ਨਾ ਵੀ ਉੱਥੇ ਗਿਆ ਗੱਲ ਬਣਨੀ ਹੈ, ਗਿਆ ਮੈਨੇ ਜਾਣ ਨਾਲ। ਪੜ੍ਹਿਆ ਪਤਾ ਲੱਗਣਾ, ਪੜ੍ਹਿਆ ਮੈਨੇ ਪੜ੍ਹਨ ਨਾਲ। ਸੁਣਿਆ ਗੱਲ ਬਣਨੀ ਹੈ,
ਸੁਣਨ ਨਾਲ ਇਹ ਸੁਣਿਆ ਉਹ ਹੈਗਾ ਸੁਣਿਆ ਸਿੱਧ ਪੀਰ ਸੁਰਨਾਥ। ਇਸ ਕਰਕੇ ਸੁਣिए गलत हो जाएगा, सुनिए ठीक। गावे को विद्या विखम विचार, हाँ विचार, जैसे कहोगे विचार फिर उससे यारी लग जाएगी। इसी तरह ਅਸੀਂ ਪੜ੍ਹਦੇ ਹਾਂ ਮੰਨੇ ਸੁਰਤ ਹੋਵੇ ਮਨ ਗੁਰ। ਮੰਨੇ ਪਾਠ ਗਲਤ ਹੈਗਾ, ਲਫ਼ਜ਼ ਹੈਗਾ ਮੰਨੈ, ਜੇ ਕੋਈ ਮੰਨ ਲਵੇ। ਮੰਨੈ ਸੁਰਤ ਹੋਵੇ ਮਨ ਗੁਰ। ਤੁਹਾਨੂੰ ਪਤਾ ਹੈ ਮੰਨੇ ਦੀਆਂ ਕਿੰਨੀਆਂ ਪੌੜੀਆਂ ਨੇ? 4। ਇਹਨਾਂ 4 ਪੌੜੀਆਂ ਵਿੱਚ ਕਿਤੇ ਲਾ ਦੇ ਨਾਲ ਵੀ ਮੰਨੇ ਆਇਆ ਹੈ। ਪਹਿਲੀ ਪੌੜੀ ਵਿੱਚ ਲਾ, ਹਾਂ ਪਹਿਲੀ ਪੌੜੀ ਵਿੱਚ ਲਾ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜਿਹਨੇ ਮੰਨ ਲਿਆ ਉਹਦੀ ਅਵਸਥਾ ਦੱਸੀ ਨਹੀਂ ਜਾ ਸਕਦੀ। उथे मन्ने है, मन्ने की गत कही ना जाए, जे को कहे पीछे पछताए। कागज कलम ना लिखन हार, मन्ने का बह करन विचार। जिन्हें मन लिया ओदी बह के विचार कीती, ओदा अंत नहीं पै सकिया। ऐसा नाम निरंजन होए जे को मन जाने मन कोए। पहले मन दे मम्मे ते टिप्पी है मन लवे जे कोई, दूजे मन दे ऊपर टिप्पी दी मन कोए बने मन विच। पहला मन है मनना, दूजा मन है साडा माइंड। जे को मन जाने मन कोए, पहला ते जोर लगना है मन, दूजे ते मन। जे को मन जाने मन कोए, जे कोई अपने मन विच मन लवे। अगलियां ਜਿਹੜੀਆਂ 3 ਪੌੜੀਆਂ ਨੇ ਉੱਥੇ ਆਇਆ ਮੰਨੈ। ਮੰਨੈ ਮੈਨੇ ਮੰਨਣ ਨਾਲ, ਜੇ ਮੰਨ ਲਈਏ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਅੱਗੋਂ ਚੁੱਪੈ ਚੁੱਪ ਨਾ ਹੋਵਈ। ਚੁੱਪੈ ਚੁੱਪੇ ਨਹੀਂ, ਚੁੱਪੈ ਦਲਾਂ ਦਾ ਧਿਆਨ ਰੱਖਣਾ ਪੈਣਾ। ਕਿਵ ਕੂੜੈ ਟੁੱਟੈ ਪਾਲ, ਕੂੜੈ ਟੁੱਟੈ ਦਲਾਵਾਂ ਹੈਗੀਆਂ। ਹੁਕਮੈ ਅੰਦਰ सब को हुक्म है, हुक्म गलत हो जाएगा। ठीक है जी। इस तरह बुझे कहे गावे, गावे को तान नहीं, गावे को तान। किसे दिसे बोलिए, गाविए सुनिए मन रखिए भाओ। उते गाविए सुनिए गलत हो जाएगा। जो अखा खोल के पाठ करोगे, कल्ले के लिए लग मात्रा देख के पाठ करोगे तो मन भटकेगा नहीं। ये तो हजे उच्चारण है।